Dr. Ravi Garg, Director Pioneer Immigration CICC member authorized by Canada Government and Canada Embassy ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। ਵੀਜ਼ਾ ਅਪਡੇਟਸ ਦੀ ਗੱਲ ਕਰਾਂਗੇ। ਆਪਣੇ ਆਪ ਅਪਲਾਈ ਕਰਨਾ ਚਾਹੀਦਾ ਹੈ ਕਿ ਨਹੀਂ, ਇਸ ਦੇ ਬਾਰੇ ਗੱਲ ਕਰਾਂਗੇ। ਮਿਸ ਰਿਪਰੈਜ਼ੈਂਟੇਸ਼ਨ ਦਾ ਮਤਲਬ ਕੁਝ ਫਰਾਡੂਲੈਂਟ ਅਗਰ ਡਾਕੂਮੈਂਟ ਹੋਏ, ਉਹਦਾ ਇੱਕ ਕੇਸ ਮੈਂ ਤੁਹਾਡੀ ਨਿਗਾਹ ਦੇ ਵਿੱਚ ਲਿਆਉਂਗਾ ਕੀ ਉਸ ਦਾ ਇਫੈਕਟ ਹੋਇਆ ਕੈਨੇਡਾ ਜਾ ਕੇ, ਔਰ ਰਿਫਿਊਜ਼ਲ ਬਾਰੇ ਥੋੜ੍ਹੀ ਜਿਹੀ ਗੱਲ ਕਰਾਂਗੇ ਕਿ ਕਿਉਂ ਰਿਫਿਊਜ਼ਲ ਹੁੰਦੀ ਹੈ, ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਪਹਿਲਾਂ ਅਪਡੇਟਸ 5.5 ਦੇ ਨਾਲ ਕੋਈ ਵੀਜ਼ਾ ਨਹੀਂ ਆ ਰਹੇ, ਔਰ ਫਾਈਲ ਅੰਬੈਸੀ ਵਿੱਚ 5.5 ਅਗਰ ਕਿਸੇ ਵੀ ਮੋਡਿਊਲ ਵਿੱਚ ਬੈਂਡ ਹੈਗੇ ਨਹੀਂ ਤੇ ਨਹੀਂ ਅੰਬੈਸੀ ਵਿੱਚ ਲਾਣੀ ਚਾਹੀਦੀ, ਇੰਪਰੂਵ ਕਰਕੇ ਲਾਣੀ ਚਾਹੀਦੀ ਹੈਗੀ। 6 ਈਚ ਔਰ ਹਾਈ ਸਕਸੈਸ ਰੇਟ ਚੱਲਦਾ ਪਿਆ ਹੈਗਾ, ਬਹੁਤ ਵਧੀਆ ਸਕਸੈਸ ਰੇਟ, ਵੀਜ਼ਾਜ਼ ਆ ਰਹੇ ਨੇ ਬਹੁਤ ਵਧੀਆ, ਲੇਕਿਨ ਨੌਨ SDS ਦਾ ਸਕਸੈਸ ਰੇਟ ਬਹੁਤ ਹੀ ਜ਼ਿਆਦਾ ਡਾਊਨ ਦਾ ਮਤਲਬ ਜੇ 5.5 ਜਿਸ ਤਰ੍ਹਾਂ ਪਹਿਲਾਂ ਕਿਹਾ, ਜਾਂ PTE ਦੇ ਵੀ ਸਕਸੈਸ ਰੇਟ ਲੋ ਹੈਗਾ ਇਸ ਵਕਤ। ਔਰ ਆਫ ਕੋਰਸ ਇੱਕ ਸਮੈਸਟਰ ਦੀ ਫੀਸ ਪੇ ਕਰੀਏ ਤਾਂ ਵੀ ਨੌਨ SDS 'ਚ ਲੱਗੇਗੀ, ਕਿਉਂਕਿ SDS ਦੇ ਵਾਸਤੇ 1 ਸਾਲ ਦੀ ਫੀਸ ਪੇ ਕਰਨੀ ਜ਼ਰੂਰੀ ਹੈਗੀ ਹੈ। ਸੋ 1 ਸਾਲ ਦੀ ਫੀਸ ਜ਼ਰੂਰ ਪੇ ਕਰਨੀ ਚਾਹੀਦੀ ਹੈਗੀ, ਲੇਕਿਨ ਵੀਜ਼ਾਜ਼ ਬਹੁਤ ਵਧੀਆ ਸਕਸੈਸ ਰੇਟ ਚੱਲਦਾ ਪਿਆ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਕੱਲ੍ਹ ਅਗੇਨ ਇੱਕ ਬਹੁਤ ਵੱਡੀ ਗੱਲ ਖਾਸ ਕਿ 10 ਸਾਲ ਦੇ ਗੈਪ ਦਾ ਵੀਜ਼ਾ ਅਗੇਨ ਆਇਆ। ਕਈ ਵੀਜ਼ਾ ਹੁਣ ਆ ਚੁੱਕੇ ਨੇ 10 ਸਾਲ ਦੇ ਨਾਲ, ਜਿਸ ਦਾ ਸਾਨੂੰ ਪਹਿਲਾਂ ਹੈਜੀਟੇਸ਼ਨ ਹੀ ਹੁੰਦਾ ਸੀਗਾ ਕਿ ਸ਼ਾਇਦ ਦਿੱਕਤ ਨਾ ਹੋਵੇ। 12 ਸਾਲ ਦੇ ਗੈਪ ਦੇ ਨਾਲ ਵੀ ਥੋੜ੍ਹੇ ਚਿਰ ਪਹਿਲਾਂ ਵੀਜ਼ਾ ਆਇਆ ਸੀ, 10 ਦਿਨ ਪਹਿਲਾਂ ਆਪਣਾ। ਔਰ ਇੱਕ ਦੇ ਨਾਲ ਮੇਰੇ ਕੋਈ ਨੋਨ ਸੀਗੇ, ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਪਤਾ ਲੱਗਿਆ ਕਿ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਨਹੀਂ ਦੇ ਰਹੇ ਤੇ ਫਿਰ ਅਸੀਂ ਕੇਸ ਕਿਉਂ ਲਵਾਂਗੇ। ਲੇਕਿਨ ਸੱਚਾਈ ਇਹ ਕਿ ਬਹੁਤ ਵੀਜ਼ਾਜ਼ ਲੱਗਦੇ ਨੇ, ਰਿਫਿਊਜ਼ਲ ਦੇ ਬਾਵਜੂਦ ਅਗਰ ਕੋਈ ਗਲਤੀ ਕੀਤੀ ਉਹਨੂੰ ਕਰੈਕਟ ਕਰ ਲਾਂਗੇ। ਇਫ ਵੀ ਆਰ ਸ਼ੋਰ ਕਿ ਗਲਤੀ ਨਹੀਂ ਹੋਈ ਕੋਈ, ਤੇ ਫਿਰ ਰੀਅਪਲਾਈ ਕਰਾਂਗੇ ਅਸੀਂ ਦੁਬਾਰਾ, ਔਰ ਦੂਜਾ ਵੀਜ਼ਾ ਅਫੀਸਰ ਉਸਨੂੰ ਚੈੱਕ ਕਰੇਗਾ, ਔਰ ਬਹੁਤ ਸਾਰੇ ਇਹੋ ਜਿਹੇ ਕੇਸਿਸ ਦੇ ਵੀਜ਼ੇ ਲੱਗ ਜਾਂਦੇ ਆ। ਆਫ ਕੋਰਸ ਡਿਪੈਂਡ ਇਹ ਕਰਦਾ ਹੈ ਕਿ ਮਾਰਕਸ ਕਿੰਨੇ ਨੇ, ਪ੍ਰੋਫਾਈਲ ਕਿਸ ਤਰ੍ਹਾਂ ਦਾ ਹੈਗਾ। ਅਗਰ ਸਟਰੋਂਗ ਪ੍ਰੋਫਾਈਲ ਹੈ, ਚੰਗਾ ਕੇਸ ਹੈਗਾ, ਤੇ ਵੀਜ਼ਾ ਚਾਂਸ ਜ਼ਿਆਦਾ ਹੋਣਗੇ। ਜੇ ਲੋ ਪ੍ਰੋਫਾਈਲ ਦਾ ਮਤਲਬ, ਵੀਕ ਪ੍ਰੋਫਾਈਲ ਦਾ ਮਤਲਬ ਨੰਬਰ ਵਗੈਰਾ ਘੱਟ ਨੇ, ਗੈਪ ਜ਼ਿਆਦਾ ਹੈਗਾ, ਤੇ ਡੈਫੀਨੇਟਲੀ ਦੂਜਾ ਵੀਜ਼ਾ ਅਫੀਸਰ ਦੁਬਾਰਾ ਆਬਜੈਕਟ ਕਰ ਸਕਦਾ ਹੈਗਾ। ਕਈ ਵਾਰੀ ਅਸੀਂ ਤੀਜੀ ਵਾਰੀ ਲਾਉਂਦੇ ਹਾਂ, ਤੀਜਾ ਜਿਹੜਾ ਵੀਜ਼ਾ ਅਫੀਸਰ ਚੈੱਕ ਕਰਦਾ ਹੈਗਾ ਤੇ ਫਿਰ ਉਹ ਵੀਜ਼ਾ ਦੇ ਦਿੰਦਾ ਹੈਗਾ। ਸੋ ਇਹ 2003 ਤੋਂ ਪਾਇਨੀਅਰ ਇਮੀਗ੍ਰੇਸ਼ਨ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਡੀਆਂ ਸੇਵਾਵਾਂ ਕਰਦੀ ਆ ਰਹੀ ਹੈਗੀ ਹੈ। ਔਰ CICC ਮੈਂਬਰ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ ਦੇਖ ਸਕਦੇ ਹੈਗੇ ਆ। ਬੜੀ ਐਕਸਪਰਟੀਜ਼, ਸਮਝਦਾਰੀ ਵਰਤੀ ਦੀ ਹੈਗੀ ਹੈ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਖਿਆਲ ਰੱਖੀਦਾ ਹੈਗਾ। ਔਰ 9 ਆਫਿਸਿਸ ਇਨ ਇੰਡੀਆ, 2 ਇਨ ਕੈਨੇਡਾ, ਤੇ ਪੂਰਾ ਖਿਆਲ 100% ਓਨੈਸਟੀ, ਟਰਾਂਸਪੇਰੈਂਸੀ ਦੇ ਨਾਲ ਤੁਹਾਡਾ ਖਿਆਲ। ਸੋ ਮਈ ਵਾਸਤੇ ਆਲਮੋਸਟ ਜਿਹੜੀ ਡੈਡਲਾਈਨ ਚੱਲਦੀ ਪਈ ਆ ਅੰਬੈਸੀ ਦੇ ਵਿੱਚ ਫਾਈਲ ਲਾਉਣ ਦੀ, ਤੇ ਜਲਦੀ ਲਗਾ ਲੈਣੀ ਚਾਹੀਦੀ ਹੈ। ਸਾਡੀਆਂ ਆਲਮੋਸਟ ਮਈ ਦੀਆਂ ਸਾਰੀਆਂ ਫਾਈਲਾਂ ਅਸੀਂ ਲਗਾ ਚੁੱਕੇ ਹਾਂ, 5-7 ਨੂੰ ਛੱਡ ਕੇ, ਮਤਲਬ ਕਿ ਜਿਨ੍ਹਾਂ ਦੇ ਹਾਲੇ GIC ਸਰਟੀਫਿਕੇਟ ਪੈਂਡਿੰਗ ਨੇ ਉਹਨਾਂ ਦੀ ਫਾਈਲਾਂ ਤਿਆਰ ਪਈਆਂ ਨੇ। ਜਿੱਦਾਂ ਹੀ GIC ਸਰਟੀਫਿਕੇਟ 1-2 ਦਿਨਾਂ 'ਚ ਆਉਣਗੇ ਤਾਂ ਅਸੀਂ ਜਲਦੀ ਉਸ ਦੇ ਵਿੱਚ ਅਟੈਚ ਕਰਕੇ ਫਾਈਲ ਸਬਮਿਟ ਕਰ ਦਾਂਗੇ। ਆਲ ਸੈਟ। ਮਈ ਦਾ ਜਿਹੜਾ ਡੈਡਲਾਈਨ ਐਂਡ ਚੱਲਦਾ ਪਿਆ ਹੈਗਾ। ਅਗਰ ਕੋਈ ਸਟੂਡੈਂਟ ਮਈ ਦੀ ਆਫਰ ਲੈਟਰ ਵੇਟ ਕਰਦਾ ਪਿਆ ਹੈਗਾ, ਕਿਉਂਕਿ SU ਕਾਲਜ ਰੀਓਪਨ ਹੋਇਆ ਸੀਗਾ, ਕੁਝ ਕਾਲਜਿਸ ਰੀਓਪਨ ਹੋਈ ਸੀ ਮਈ ਵਾਸਤੇ, ਤੇ ਅਗਰ ਉਹਨਾਂ ਨੇ ਅਪਲਾਈ ਕੀਤਾ ਔਰ ਆਫਰ ਲੈਟਰ ਦੀ ਵੇਟ ਕਰਦੇ ਪਏ ਨੇ, ਤੇ ਆਪਣੀ ਬਾਕੀ ਤਿਆਰੀ ਰੱਖਣ, ਲੇਟ ਨਾ ਕਰਨ। GIC ਦੇ ਵੀ ਪੈਸੇ ਭਰ ਦੇਣ, ਬਾਕੀ ਪੈਸੇ ਬੈਂਕ ਦੇ ਵਿੱਚ ਤਿਆਰ ਰੱਖਣ, ਹਰ ਇੱਕ ਕੰਮ ਤਿਆਰ ਹੋਵੇ ਤੇ ਫਟਾਫਟ ਜਿੱਦਾਂ ਹੀ ਆਪਣੀ ਆਫਰ ਲੈਟਰ ਆਏ ਤੇ ਆਪਾਂ ਫਾਈਲ ਸਬਮਿਟ ਕਰੀਏ ਅੰਬੈਸੀ ਦੇ ਵਿੱਚ। ਲੇਟ ਨਹੀਂ ਕਰਨਾ, ਹੁਣ ਟਾਈਮ ਸ਼ਾਰਟ ਹੈਗਾ ਮਈ ਵਾਸਤੇ। ਸਤੰਬਰ ਦੇ ਵੀ 90% ਪ੍ਰੋਗਰਾਮਸ ਫੁੱਲ ਹੋ ਚੁੱਕੇ ਨੇ। ਕਿਤੇ ਕਿਸੇ ਕਾਲਜ ਦੇ ਵਿੱਚ ਕੋਈ ਪ੍ਰੋਗਰਾਮ ਅਵੇਲੇਬਲ ਹੈਗਾ, ਦੇਖਣਾ ਪਏਗਾ ਅਵੇਲੇਬਿਲਿਟੀ ਤੁਹਾਡੇ ਵਾਸਤੇ ਹੈਗਾ ਕੋਈ ਪ੍ਰੋਗਰਾਮ ਸੂਟੇਬਲ ਕਿ ਨਹੀਂ। ਲੇਕਿਨ ਨਾ ਹੋਵੇ ਤੇ ਫਿਰ ਆਪਾਂ ਜਨਵਰੀ 23 ਵਾਸਤੇ ਵੀ ਅਪਲਾਈ ਕਰ ਲੈਣਾ ਚਾਹੀਦਾ। ਡੋਂਟ ਹੈਜੀਟੇਟ। ਜਨਵਰੀ ਦੀਆਂ ਵੀ ਸੀਟਾਂ ਫੁੱਲ ਹੋਣੀਆਂ ਸ਼ੁਰੂ ਹੋ ਗਈਆਂ ਹੈਗੀਆਂ, ਰਸ਼ ਚੱਲਦਾ ਪਿਆ ਹੈਗਾ ਕੈਨੇਡਾ ਦੇ ਵਿੱਚ। ਔਰ ਡੈਫਰਮੈਂਟਾਂ ਦਾ ਵੀ ਮਸਲਾ ਹੁੰਦਾ ਹੈ ਕਿ ਅੱਗੇ ਜੇ ਨਹੀਂ ਰਿਜ਼ਲਟ ਆਇਆ, ਤੇ ਇਸ ਤਰ੍ਹਾਂ ਜਨਵਰੀ ਦੇ ਆਮ ਤੌਰ 'ਤੇ 10-15-20 ਦਿਨ ਵਿੱਚ, 25 ਦਿਨ ਵਿੱਚ, ਔਰ ਵੈਬਸਾਈਟ 'ਤੇ ਕੈਨੇਡਾ ਗੌਰਮੈਂਟ ਦੀ ਵੈਬਸਾਈਟ 'ਤੇ, ਅੰਬੈਸੀ ਦੀ ਵੈਬਸਾਈਟ 'ਤੇ ਲਿਖਿਆ ਹੈਗਾ 20 ਡੇਜ਼, ਕੈਲੰਡਰ ਡੇਜ਼ ਜਿਹੜਾ ਪ੍ਰੋਸੈਸਿੰਗ ਟਾਈਮ ਹੈ SDS ਦਾ।
ਲੇਕਿਨ ਐਕਚੁਅਲ ਦੇ ਵਿੱਚ ਜਿਹੜਾ ਪ੍ਰੈਕਟੀਕਲੀ ਜਿਹੜਾ ਹੈ ਉਹ ਦੇਖਿਆ ਕਿ 3 ਤੋਂ 3.5 ਮਹੀਨੇ ਇਸ ਵਕਤ ਚੱਲਦਾ ਪਿਆ ਐਮਬੈਸੀ ਦਾ ਪ੍ਰੋਸੈਸਿੰਗ ਟਾਈਮ, ਕਿਉਂਕਿ ਕਰੋਨਾ ਕਰਕੇ ਥੋੜ੍ਹਾ ਜਿਹਾ ਸਟਾਫ ਵੀ ਘੱਟ ਹੋਣਾ ਹੈ, ਐਪਲੀਕੇਸ਼ਨ ਦਾ ਰਸ਼ ਵੀ ਬਹੁਤ ਜ਼ਿਆਦਾ ਹੈਗਾ। 3-3.5 ਮਹੀਨੇ ਜਿਨ੍ਹਾਂ ਦੇ ਹਾਲੇ ਰਿਜ਼ਲਟ ਪੈਂਡਿੰਗ ਨੇ, ਜਨਵਰੀ ਇਨਟੇਕ ਦੇ ਆਨਲਾਈਨ ਕਲਾਸਾਂ ਲਾ ਰਹੇ ਨੇ ਜਾਂ ਡੈਫਰਮੈਂਟ ਉਹਨਾਂ ਨੇ ਕਰਵਾ ਚੁੱਕੇ ਨੇ, ਉਹ ਅਸੀਂ ਟਾਈਮ ਟੂ ਟਾਈਮ ਸਾਰੇ ਐਕਸ਼ਨ ਜਿਹੜੇ ਰਿਕੁਆਇਰਡ ਹੁੰਦੇ ਨੇ ਅਸੀਂ ਲੈਂਦੇ ਹਾਂ ਬੜੀ ਸਮਝਦਾਰੀ ਦੇ ਨਾਲ। ਤੇ ਲੇਕਿਨ ਜਿਨ੍ਹਾਂ ਦਾ ਰਿਜ਼ਲਟ ਪੈਂਡਿੰਗ ਨੇ ਉਹਨਾਂ ਨੂੰ ਦੇ ਨੀਡ ਟੂ ਬੀ ਪੇਸ਼ੈਂਟ, ਹੌਸਲਾ ਰੱਖਣ ਦੀ ਲੋੜ ਹੈ ਔਰ ਵੇਟ ਕਰਨੀ ਹੈਗੀ ਹੈ। ਆ ਜਾਏਗਾ ਰਿਜ਼ਲਟ, ਕੋਈ ਦਿੱਕਤ ਨਹੀਂ ਹੈ, ਹੌਲੀ ਹੌਲੀ ਕਰਕੇ ਸਾਰਿਆਂ ਦੇ ਰਿਜ਼ਲਟ ਆਉਂਦੇ ਪਏ ਨੇ। ਤੇ ਅਸੀਂ ਵੀ ਜਿਹੜਾ ਹੈਗਾ ਇਸ ਰਸ ਜਿਹੜੀ ਗੱਲ ਕੀਤੀ ਹੈ, ਰਸ ਨੂੰ ਦੇਖਦੇ ਹੋਏ ਅਸੀਂ ਸਿਲੈਕਟਿਵ ਹੋ ਗਏ ਹਾਂ ਕਿ ਦਾ ਮਤਲਬ ਅਸੀਂ ਜਿਹੜੇ ਬਹੁਤ ਜ਼ਿਆਦਾ ਅੱਗੇ ਜਿਹੜੇ ਹਰ ਤਰ੍ਹਾਂ ਦੇ ਕੇਸਿਸ ਲੈ ਲਈਦੇ ਸੀਗੇ, ਇਹ ਸੋਚੀਦਾ ਸੀਗਾ ਕਿ ਸਾਡੀ ਐਕਸਪਰਟੀਜ਼, ਓਨੈਸਟੀ, ਟਰਾਂਸਪੇਰੈਂਸੀ, ਕੇਅਰ ਜਿਹੜੀ ਅਸੀਂ ਸੇਵਾਵਾਂ ਦਿੰਦੇ ਪਏ ਹਾਂ, ਇਸ ਦਾ ਫਾਇਦਾ ਜ਼ਿਆਦਾ ਲੋਕਾਂ ਨੂੰ ਹੋ ਸਕੇ ਤਾਂ ਕਿ ਜਿਹੜੇ ਵੀਕ ਕੇਸਿਸ ਨੇ ਜਿਨ੍ਹਾਂ ਦੇ ਨੰਬਰ ਬਹੁਤ ਜ਼ਿਆਦਾ ਘੱਟ ਨੇ ਉਹਨਾਂ ਨੂੰ ਵੀ ਸਾਡੀ ਐਕਸਪਰਟੀਜ਼ ਅਸੀਂ ਯੂਜ਼ ਕਰਕੇ 10 ਵਿੱਚੋਂ 1, 2, 3 ਵੀ ਜੇ ਵੀ ਆ ਗਏ ਤੇ ਉਹਨਾਂ ਦੇ ਵਾਸਤੇ ਸੇਵਾ ਵਾਲੀ ਗੱਲ ਹੈਗੀ ਹੈ। ਲੇਕਿਨ ਫਿਰ ਇਹ ਹੁਣ ਦੇਖਿਆ ਕਿ ਇਹ ਜਿਨ੍ਹਾਂ ਦੀ ਰਿਫਿਊਜ਼ਲ ਹੁੰਦੀ ਹੈ ਕਾਫੀ ਟੈਨਸ਼ਨ ਹੁੰਦੀ ਹੈ, ਦਿੱਕਤ ਹੁੰਦੀ ਹੈ, ਤੇ ਹੁੰਦਾ ਬਹੁਤ 52-53% ਇਸ ਤਰ੍ਹਾਂ ਦੇ ਨੰਬਰ ਵਾਲੇ ਜਿਹੜੇ ਗ੍ਰੇਡ 12 ਦੇ ਵਿੱਚ ਮਾਰਕਸ ਨੇ, ਤੇ ਉਹਨਾਂ ਨੂੰ ਦੇਖਣ ਦੀ ਲੋੜ ਹੈਗੀ ਹੈ ਕਿ ਇੱਕ ਰਿਫਿਊਜ਼ਲ ਦੀ ਜਿਹੜੀ ਗੱਲ ਕਰਦੇ ਸੀਗੇ ਕਿ ਰਿਫਿਊਜ਼ਲ ਕਿਉਂ ਹੁੰਦੀ ਹੈ, ਤੇ ਇਹਨਾਂ ਨੂੰ ਆਪਣੇ ਜਦੋਂ DMC ਦੇਖਣਗੇ ਤੇ ਥਿਊਰੀ ਦੇ ਵਿੱਚ 50% ਤੋਂ ਘੱਟ ਅਗਰ ਮਾਰਕਸ ਨੇ, ਈਵਨ ਗ੍ਰੈਜੂਏਟਸ, ਮਾਸਟਰਸ, ਪੋਸਟ ਗ੍ਰੈਜੂਏਟਸ ਜਿੰਨੇ ਵੀ ਹੈ, ਕਿੰਨੇ ਸਬਜੈਕਟਾਂ ਦੇ ਵਿੱਚ ਥਿਊਰੀ ਦੇ ਵਿੱਚ ਲੈਸ ਦੈਨ 50% ਮਾਰਕਸ ਨੇ, ਇਹ ਮੈਟਰ ਕਰਦਾ ਹੈਗਾ। ਅਗਰ ਜ਼ਿਆਦਾ ਸਬਜੈਕਟਾਂ ਦੇ ਵਿੱਚ ਔਰ ਗ੍ਰੇਡ 12 ਤੋਂ ਬਾਅਦ ਅਗਰ ਇੱਕ ਵੀ ਸਬਜੈਕਟ ਵਿੱਚ ਲੈਸ ਦੈਨ 50% ਨੇ, ਦੈਨ ਦੇ ਨੀਡ ਟੂ ਬੀ ਵੈਰੀ ਕੇਅਰਫੁਲ। ਦਾ ਮਤਲਬ ਕੋਰਸ ਬੜੇ ਧਿਆਨ ਨਾਲ ਸਿਲੈਕਟ ਕਰਨਾ ਪਏਗਾ, ਸਮਝਦਾਰੀ ਇਸਤੇਮਾਲ ਕਰਨੀ ਪਏਗੀ। ਜੇ ਆਲ ਗੁੱਡ ਮਾਰਕਸ ਦਾ ਮਤਲਬ ਸਾਰੇ ਸਬਜੈਕਟਾਂ ਦੇ ਵਿੱਚ ਥਿਊਰੀ ਦੇ ਵਿੱਚ ਚੰਗੇ ਮਤਲਬ 50% ਤੋਂ ਉੱਪਰ ਮਾਰਕਸ ਨੇ, ਫਿਰ ਡਰਨ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ। ਲੇਕਿਨ ਕੋਰਸ ਵੀ ਧਿਆਨ ਨਾਲ ਚੁਣਨਾ ਹੁੰਦਾ ਹੈਗਾ। ਆਲਵੇਜ਼ ਚੂਜ਼ ਕੋਰਸ ਪ੍ਰੋਗਰਾਮ ਫॉर ਵੀਜ਼ਾ ਪਰਪਸ ਓਵਰ ਪਲੇਸ ਐਂਡ ਅਦਰ ਜਿਹੜੇ ਹੈ ਫੈਕਟਰਸ। ਦਾ ਮਤਲਬ ਇੱਕ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਜਿਹੜੀ ਅਸੀਂ ਮਹਿਸੂਸ ਕੀਤੀ ਹੈ ਕਿ ਇਨਸਿਸਟ ਕਰਦੇ ਨੇ ਲੋਕ ਕਿ ਅਸੀਂ ਇੱਥੇ ਹੀ ਜਾਣਾ, ਇਸ ਜਗ੍ਹਾ ਤੇ ਹੀ ਜਾਣਾ, ਔਰ ਕਈ ਵਾਰ ਉਹ ਬਿਲਕੁਲ ਬਹੁਤ ਹਾਈਲੀ ਰੈਲੇਵੈਂਟ ਪ੍ਰੋਗਰਾਮ ਜਿਹੜੇ ਵੀਜ਼ਾ ਪਰਪਸ ਵਾਸਤੇ ਔਰ ਕਰੀਅਰ ਪਰਪਸ ਵਾਸਤੇ ਉੱਥੇ ਉਸ ਜਗ੍ਹਾ ਤੇ ਅਵੇਲੇਬਲ ਨਹੀਂ ਹੁੰਦਾ। ਲੇਕਿਨ ਕਿਉਂਕਿ ਜਿੱਦ ਹੁੰਦੀ ਹੈ ਕਲਾਇੰਟਸ ਦੀ ਕਿ ਇੱਥੇ ਹੀ ਜਾਣਾ, ਤੇ ਉਹ ਜਿਹੜੇ ਟਾਪ ਦਾ ਜਿਹੜਾ ਕੋਰਸ ਆ ਉਸ ਨੂੰ ਛੱਡ ਕੇ ਸੈਕੰਡ ਪ੍ਰੈਫਰੈਂਸ ਦਾ ਜਾਂ ਘੱਟ ਰਲਦਾ ਮਿਲਦਾ ਕੋਰਸ ਜਿਹੜਾ ਹੈ, ਘੱਟ ਰੈਲੇਵੈਂਟ ਕੋਰਸ ਲੈ ਲੈਂਦੇ ਨੇ, ਔਰ ਕਈ ਵਾਰੀ ਉਸੇ ਕਰਕੇ ਵੀ ਰਿਫਿਊਜ਼ਲ ਹੋ ਜਾਂਦੀ। ਸੋ ਉਸ ਚੀਜ਼ ਦਾ ਆਪਣੇ ਕੰਸਲਟੈਂਟ ਤੇ ਰਿਲਾਈ ਕਰਨਾ ਪੈਣਾ ਹੈ, ਉਸ ਤੇ ਭਰੋਸਾ ਵਿਸ਼ਵਾਸ ਕਰਨਾ ਪੈਣਾ ਹੈ। ਐਕਸਪਰਟੀਜ਼ ਕਿੰਨੀ ਹੈ, ਕਿੰਨੇ ਸਾਲ ਹੋ ਗਏ, ਅਗਰ ਜ਼ਿਆਦਾ ਐਕਸਪਰਟੀਜ਼ ਹੈਗੀ ਹੈ, ਸਮਝਦਾਰ ਕੰਸਲਟੈਂਟ ਤੇ ਤੁਹਾਡਾ ਭਰੋਸਾ ਹੈਗਾ, ਤੇ ਉਸ ਦੀ ਜਿਹੜੀ ਐਕਸਪਰਟੀਜ਼ ਹੈਗੀ ਹੈ, ਸਮਝਦਾਰੀ ਹੈਗੀ ਆ, ਉਸ ਤੇ ਆਪਾਂ ਨੂੰ ਭਰੋਸਾ ਕਰਨਾ ਪੈਣਾ, ਉਸ ਤੇ ਯਕੀਨ ਕਰਕੇ ਉਸ ਦੀ ਗੱਲ ਨੂੰ ਮੰਨਣਾ ਚਾਹੀਦਾ ਹੈਗਾ, ਧਿਆਨ ਰੱਖਣਾ ਚਾਹੀਦਾ ਹੈਗਾ। ਜਿਹੜੀ ਸਾਡੀ ਚੰਗੇ ਕੇਸਿਸ ਹੈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਆਲ ਗੁੱਡ ਮਾਰਕਸ, ਚੰਗੇ ਮਾਰਕਸ ਨੇ, ਹਾਈ ਪਰਸੈਂਟੇਜ ਹੈਗੀ ਹੈ, ਬੈਂਡਸ ਠੀਕ ਨੇ, ਤੇ ਫਿਰ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਿਰਫ 2000 ਕਾਗਜ਼ਾਂ ਦੀ ਫੀਸ ਹੈਗੀ ਹੈ, ਪ੍ਰੋਸੈਸਿੰਗ ਫੀਸ ਸਾਡੀ। ਬਾਕੀਆਂ ਵਾਸਤੇ ਰਿਫਿਊਜ਼ਡ ਕੇਸਿਸ ਨੇ ਜਾਂ ਵੀਕ ਕੇਸਿਸ ਨੇ, ਅਗਰ ਉਹਨਾਂ ਨੂੰ ਅਸੀਂ ਲੈਣਾ ਚਾਹੁੰਦੇ ਹਾਂ, ਲੈ ਲੈਂਦੇ ਹਾਂ ਅਸੀਂ ਕੇਸ ਨੂੰ, ਤੇ ਵੀਕ ਕੇਸ ਜਿਹਦੇ 'ਚ ਸਾਨੂੰ ਲੱਗਦਾ ਹੈ ਕਿ ਰਿਸਕ ਵੀ ਹੋ ਸਕਦਾ ਵੀਜ਼ਾ ਦਾ, ਉਹਨਾਂ ਦੀ ਥੋੜ੍ਹੀ 10,000, 15,000, 20,000 ਇਸ ਤਰ੍ਹਾਂ ਕੁਝ ਫੀਸ ਹੋ ਸਕਦੀ ਹੈਗੀ ਹੈ। ਲੇਕਿਨ ਚੰਗੇ ਕੇਸਿਸ ਤੋਂ ਫੀਸ ਨਹੀਂ ਹੈਗੀ, ਵੈਲਕਮ। ਔਰ ਸਾਡੀ ਜਿਹੜੀ ਹੈ ਇੰਨੀ ਲੰਬੀ ਤਜਰਬੇ ਔਰ ਓਨੈਸਟੀ ਦਾ ਫਾਇਦਾ ਚੱਕਣਾ ਚਾਹੀਦਾ ਹੈਗਾ। ਯੂ ਆਰ ਮੋਸਟ ਵੈਲਕਮ, ਵੀ ਆਰ ਦੇਅਰ ਟੂ ਟੇਕ ਕੇਅਰ। ਕਈ ਕਾਲਜਿਸ ਜਿਸ ਤਰ੍ਹਾਂ ਫੈਂਸਾ ਕਾਲਜ ਹੈਗਾ, ਸੂ ਕਾਲਜ ਹੈਗਾ, ਇਸ ਵਕਤ ਸਤੰਬਰ ਵਾਸਤੇ ਕਈ ਰੀਓਪਨ ਹੋਏ ਨੇ ਜਿਹੜਿਆਂ ਦੇ ਕੋਰਸ ਖਤਮ ਹੋ ਗਏ ਸੀਗੇ। ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਹੈ, ਜਦੋਂ ਆਫਰ ਲੈਟਰ ਅਪਲਾਈ ਕਰਦੇ ਆਪਾਂ ਤੇ ਉਦੋਂ ਆਪਾਂ ਹਮੇਸ਼ਾ 2-3 ਹਰ ਮੇਰੇ ਲਾਈਵ ਸੈਸ਼ਨ 'ਚ ਮੈਂ ਕਹਿਣਾ ਹੁੰਦਾ ਹੈਗਾ ਕਿ 2-3 ਕਾਲਜਾਂ 'ਚ ਅਪਲਾਈ ਕਰਨਾ ਚਾਹੀਦਾ ਹੈਗਾ। ਭਾਵੇਂ ਅਸੀਂ ਕਈ ਵਾਰੀ ਪਿਛਲੀ 1 ਸਾਲ ਤੋਂ ਅਸੀਂ ਦੇਖਦੇ ਸੀ ਕਿ ਕਿਸੇ ਕਾਲਜ 'ਚ ਅਪਲਾਈ ਕਰੀਏ ਪੱਕੀ ਆਫਰ ਲੈਟਰ ਆ ਹੀ ਜਾਂਦੀ ਸੀ, ਤੇ ਸਾਨੂੰ ਲੱਗਦਾ ਕਿ ਇਸ ਵਾਰ ਵੀ ਅਪਲਾਈ ਕਰਾਂਗੇ ਤਾਂ ਆ ਤਾਂ ਜਾਣੀ ਹੀ ਹੈ।
ਲੇਕਿਨ ਕਈ ਵਾਰੀ ਉਹਨਾਂ ਕੋਲੇ ਸੀਟਾਂ ਘੱਟ ਜਾਂਦੀਆਂ ਨੇ, ਕੋਈ ਹੋਰ ਪ੍ਰੋਬਲਮਸ ਹੋ ਜਾਂਦੀਆਂ ਨੇ, ਡੈਫਰਮੈਂਟਾਂ ਹੋ ਜਾਂਦੀਆਂ ਨੇ ਇੱਕ ਇਨਟੇਕ ਤੋਂ ਅਗਲੇ ਇਨਟੇਕ ਦੇ ਵਿੱਚ, ਤੇ ਨਹੀਂ ਸੀਟ ਮਿਲਦੀ। ਉਸ ਦੇ ਵਿੱਚ ਘਬਰਾਉਣ ਦੀ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਦੂਜੇ ਕਾਲਜਾਂ ਵਿੱਚ ਪਹਿਲਾਂ ਹੀ 2-3 ਕਾਲਜਾਂ 'ਚ ਜ਼ਰੂਰ ਅਪਲਾਈ ਕਰੋ, ਤਾਂ ਕਿ ਹੋ ਸਕਦਾ 2 ਤੋਂ ਆ ਜਾਵੇ, 3 ਤੋਂ ਆ ਜਾਵੇ। ਦੈਨ ਯੂ ਵਿਲ ਹੈਵ ਅ ਚੋਇਸ ਕਿ ਦੋਨਾਂ ਤਿੰਨਾਂ ਵਿੱਚੋਂ ਜਿੱਥੇ ਵੀ ਆਫਰ ਲੈਟਰ ਆਈ ਤੁਸੀਂ ਆਪਣੀ ਮਰਜ਼ੀ ਦੀ ਥਾਂ 'ਤੇ ਜਾ ਸਕਦੇ ਹੋ। ਕਈ ਵਾਰੀ 2 ਵਿੱਚ ਅਪਲਾਈ ਕੀਤਾ, 1 ਤੋਂ ਆ ਗਈ, ਦੂਜੇ ਤੋਂ ਨਹੀਂ ਆਈ, ਜਾਂ ਦੂਜੇ ਤੋਂ ਆ ਗਈ ਪਹਿਲੇ ਤੋਂ ਨਹੀਂ ਆਈ। ਸੋ ਇਹ ਜਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ, ਲੇਕਿਨ ਇਹ ਛੋਟੀਆਂ ਗੱਲਾਂ ਤੇ ਕੰਸਲਟੈਂਟ, ਅਨਲਿਸਟ ਕੇ ਕੰਸਲਟੈਂਟ ਨੇ ਕੋਈ ਠੱਗੀ ਮਾਰੀ, ਝੂਠ ਮਾਰਿਆ, ਤੁਹਾਨੂੰ ਮਿਸਗਾਈਡ ਕੀਤਾ, ਕੁਝ ਗਲਤ ਕੀਤਾ ਤੁਹਾਡੇ ਨਾਲ, ਤੇ ਨਿੱਕੀਆਂ ਗੱਲਾਂ ਤੇ ਭਰੋਸਾ ਚੱਕਣ ਦੀ, ਟੈਨਸ਼ਨ ਲੈਣ ਦੀ ਵੀ ਲੋੜ ਨਹੀਂ ਹੈਗੀ। ਟੂਰਿਸਟ ਵੀਜ਼ਾ ਦੇ ਤੇ ਸਪਾਊਸ ਵੀਜ਼ਾ ਦੇ ਉਹ ਲੌਂਗ ਪ੍ਰੋਸੈਸਿੰਗ ਟਾਈਮ, ਕਾਫੀ ਮਹੀਨੇ, 6 ਮਹੀਨੇ 8 ਮਹੀਨੇ ਇਸ ਤਰ੍ਹਾਂ, ਕਾਫੀ ਜਿਹੜੇ ਸਪਾਊਸ ਵੀਜ਼ੇ ਦੇ 6 ਮਹੀਨੇ 8 ਮਹੀਨੇ ਤੋਂ ਸਾਲ ਤੱਕ ਦਾ ਵੀ ਟਾਈਮ ਜਿਹੜਾ ਪਿਛਲੇ ਸਾਲ ਪਹਿਲਾਂ ਦੇ ਵੀਜ਼ੇ ਜਿਹੜੇ ਸਾਡੇ ਆ ਰਹੇ ਨੇ। ਔਰ ਵਿਜ਼ਿਟਰ ਵੀਜ਼ਾ ਦਾ ਵੀ ਲੰਬਾ ਟਾਈਮ ਚੱਲਦਾ ਪ੍ਰੋਸੈਸਿੰਗ, 2-3-4 ਮਹੀਨੇ 5 ਮਹੀਨੇ 4 ਮਹੀਨੇ ਦੇ ਜਿਹੜਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਹੈਗਾ। ਔਰ ਇੱਕ ਚੀਜ਼ ਮੈਂ ਕਹਿਣੀ ਸੀਗੀ ਕਿ ਜਿਸ ਤਰ੍ਹਾਂ ਆਪਣੀ ਗੱਲ ਹੋਈ ਕਿ ਸੈਲਫ ਆਪਣੇ ਆਪ ਅਪਲਾਈ ਕਰਨਾ ਚਾਹੀਦਾ ਹੈਗਾ ਕਿ ਨਹੀਂ, ਤੇ ਮੈਂ ਇਹ ਬੜੀ ਅੱਛੀ ਤਰ੍ਹਾਂ, ਇਹ ਬਹੁਤ ਲੰਬਾ ਤਜਰਬਾ 2003 ਤੋਂ ਕੰਪਨੀ ਹੈਗੀ ਹੈ, ਦੇਖਦਾ ਪਿਆ ਹੈਗਾ ਕਿ ਜਦੋਂ ਕਲਾਇੰਟਸ ਆਪਣੇ ਆਪ ਅਪਲਾਈ ਕਰਦੇ ਹੈਗੇ ਆ, ਤੇ ਨੈਚੁਰਲੀ ਤੁਸੀਂ ਸਮਝ ਕੇ ਦੇਖੋ ਕਿ ਸਾਡੀ ਵੈਬਸਾਈਟ ਤੇ www.pioneerimmigration.com ਤੇ ਇੱਕ ਟੈਬ ਬਣੀ ਹੈਗੀ, ਲਿਖਿਆ ਉੱਤੇ ਵਾਈ ਹਾਇਰ ਐਕਸਪਰਟ। ਤੇ ਇੱਕ ਗੱਲ ਸਮਝਣ ਵਾਲੀ ਕਿ ਤੁਸੀਂ ਸਾਨੂੰ 2003 ਤੋਂ ਹਜ਼ਾਰਾਂ ਫਾਈਲਸ ਅਸੀਂ ਲਾ ਚੁੱਕੇ ਹਾਂ ਬੇਅੰਤ, ਤੇ ਅਲੱਗ-ਅਲੱਗ ਤਰ੍ਹਾਂ ਦੇ ਤਜਰਬੇ ਬਹੁਤ ਜ਼ਿਆਦਾ ਨੇ, ਜਿਹੜੀਆਂ ਗੱਲਾਂ ਤੁਸੀਂ ਸੋਚ ਵੀ ਨਹੀਂ ਸਕਦੇ। ਜਿਹੜਾ ਹਰ ਨੈਚੁਰਲੀ ਕਿ ਅਸੀਂ ਜਿਹੜੇ ਫੀਲਡ ਦੇ ਮਾਸਟਰ ਨਹੀਂ ਹੈਗੇ, ਉਹਨਾਂ ਚੀਜ਼ਾਂ ਨੂੰ, ਸਾਨੂੰ ਉਹ ਚੀਜ਼ਾਂ ਦਾ ਨਹੀਂ ਪਤਾ, ਉਸ ਐਕਸਪਰਟ ਨੂੰ ਪਤਾ। ਗੱਡੀ ਠੀਕ ਕਰਨ ਵਾਲੇ ਨੂੰ ਗੱਡੀ ਦਾ ਪਤਾ, ਰੇਡੀਓ ਠੀਕ ਕਰਨ ਵਾਲੇ ਨੂੰ ਰੇਡੀਓ ਦਾ ਪਤਾ, ਤੇ ਜਿਹੜਾ CA ਚਾਰਟਰਡ ਅਕਾਊਂਟੈਂਟ, ਅਕਾਊਂਟਿੰਗ ਵਾਲੇ ਬੰਦੇ ਨੂੰ ਅਕਾਊਂਟਿੰਗ ਦਾ ਪਤਾ ਹੈਗਾ, ਤੇ ਸਾਨੂੰ ਜਿਹੜਾ ਵੀਜ਼ਾ ਲਵਾਉਣ ਦਾ ਪਤਾ ਹੈਗਾ, ਤੇ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਹਾਂ, ਉਸ ਦੇ ਨਾਲ ਤਜਰਬਾ ਹੋ ਜਾਂਦਾ ਹੈਗਾ। ਔਰ ਇਸ ਤਰ੍ਹਾਂ ਸਾਡੇ ਤਜਰਬੇ ਦਾ ਫਾਇਦਾ ਲੈਣਾ ਚਾਹੀਦਾ ਹੈਗਾ। ਜਿਹੜੇ ਐਕਸਪਰਟਸ ਨੇ, ਕੋਈ ਵੀ ਕੰਮ ਉਹ ਉਸ ਫੀਲਡ ਦੇ ਐਕਸਪਰਟ ਤੋਂ ਕਰਾਉਣਾ ਚਾਹੀਦਾ, ਆਪਣੇ ਆਪ ਨਹੀਂ ਕਰਨਾ ਚਾਹੀਦਾ, ਕਿਉਂਕਿ ਆਪਾਂ ਐਕਸਪਰਟ ਉਸ ਫੀਲਡ ਵਿੱਚ ਨਹੀਂ ਹੁੰਦੇ, ਮਾਰ ਖਾ ਜਾਵਾਂਗੇ, ਕਿਤੇ ਗਲਤੀ ਹੋ ਜਾਏਗੀ। ਕਈ ਵਾਰੀ ਇਰਰਿਪੇਅਰੇਬਲ ਲਾਸ ਹੁੰਦਾ ਦਾ ਮਤਲਬ, ਫॉर ਐਗਜ਼ਾਮਪਲ ਕਿ ਜਿਸ ਤਰ੍ਹਾਂ ਪਬਲਿਕ ਪਾਲਿਸੀ ਆਈ ਸੀ ਪਿੱਛੇ ਜੇ, ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਨੇ ਕੀਤਾ ਕਿ ਜਿਹੜੇ ਰੀਸੈਂਟ ਗ੍ਰੈਜੂਏਟਸ ਨੇ ਉਹਨਾਂ ਦੇ 40,000 ਫਾਈਲਾਂ ਲੈ ਲਾਂਗੇ, ਜਦੋਂ ਪੂਰੀਆਂ ਹੋ ਜਾਣਗੀਆਂ ਤੇ ਅਸੀਂ ਉਹ ਬੰਦ ਕਰ ਦਾਂਗੇ। ਤੇ ਬਿਨਾਂ ਐਕਸਪੀਰੀਅੰਸ ਤੋਂ ਇਹ ਕੈਟੇਗਰੀ ਖੋਲ੍ਹੀ ਸੀ। ਬੜਾ ਲੱਕੀ ਟਾਈਮ ਸੀਗਾ, ਬੜੀ ਕਿਸਮਤ ਚੰਗੀ ਸੀਗੀ। ਕੁਝ ਸਟੂਡੈਂਟਸ ਨੇ, ਕੁਝ ਜਿਹੜੇ ਰੀਸੈਂਟਲੀ ਵਰਕ ਪਰਮਿਟ ਮਿਲਿਆ, ਉਹਨਾਂ ਨੂੰ ਕੰਮ ਤੇ ਸੀਗੇ, ਜਿਹੜੇ ਪਬਲਿਕ ਪਾਲਿਸੀ ਨੂੰ, ਕੰਡੀਸ਼ਨਸ ਨੂੰ ਮੀਟ ਕਰਦੇ ਸੀਗੇ, ਉਹਨਾਂ ਨੇ ਆਪਣੇ ਆਪ ਫਾਈਲਾਂ ਲਾਈਆਂ। ਬੜੇ ਸਾਰੇ ਲੋਕਾਂ ਦਾ ਬਾਅਦ 'ਚ ਮੈਨੂੰ ਸਟੂਡੈਂਟਸ ਜਿਹੜੇ ਵਰਕ ਪਰਮਿਟ ਤੇ ਪਹੁੰਚ ਗਏ ਸੀ, ਜਿਹੜੇ ਐਲੀਜੀਬਲ ਸੀਗੇ, ਉਹਨਾਂ ਦਾ ਫੋਨ ਆਇਆ ਜੀ ਅਸੀਂ ਆਪਣੇ ਆਪ ਲਾਈ ਸੀਗੀ, ਤੇ ਉਹਨਾਂ ਦੀ ਫਾਈਲ ਵਾਪਸ ਭੇਜ ਦਿੱਤੀ ਅੰਬੈਸੀ ਨੇ ਕਿਸੇ ਛੋਟੀ ਗਲਤੀ ਦੀ ਵਜ੍ਹਾ ਨਾਲ। ਉਹਨਾਂ ਦੀ ਫਾਈਲ ਵਾਪਸ ਹੋ ਗਈ, ਔਰ ਦੂਜੇ ਪਾਸੇ ਜਿਹੜੀ ਉਹਨਾਂ ਦੀ ਕੈਟੇਗਰੀ ਫੁੱਲ ਹੋ ਗਈ 40,000 ਦੀ, ਤੇ ਫਿਰ ਉਸ ਤੋਂ ਬਾਅਦ ਤਾਂ ਉਹ ਅਪਲਾਈ ਨਹੀਂ ਕਰ ਸਕਦੇ। ਜਦੋਂ ਸੀਟਾਂ ਫੁੱਲ ਹੋ ਗਈਆਂ, ਉਸ ਤੋਂ ਬਾਅਦ ਅਪਲਾਈ ਨਹੀਂ ਕਰ ਸਕਦੇ, ਤੇ ਦੇ ਲੋਸਟ ਦੇ ਵੈਰੀ ਗੁੱਡ ਅਪਰਚੁਨਿਟੀ, ਕਿ ਬੜਾ ਵਧੀਆ ਮੌਕਾ ਉਹਨਾਂ ਨੇ ਗਵਾ ਦਿੱਤਾ। ਸੋ ਇਹ ਇਸ ਤਰ੍ਹਾਂ ਬਹੁਤ ਵਾਰੀ ਇਸ ਤਰ੍ਹਾਂ ਹੋ ਜਾਂਦਾ। ਇੱਕ ਵਾਰੀ ਮੈਨੂੰ ਯਾਦ ਹੈ ਕਿ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨਾਂ ਲੈ ਰਹੇ ਸੀਗੇ, ਤੇ ਉਹ ਕਹਿੰਦੇ ਸੀਗੇ ਪਹਿਲਾਂ ਆਈਲੈਟਸ ਦੀ ਲੋੜ ਨਹੀਂ, ਬਾਅਦ 'ਚ ਫਿਰ ਉਹਨਾਂ ਨੇ ਕਿਸੇ ਟਾਈਮ ਉਹਨਾਂ ਨੇ ਆਈਲੈਟਸ ਸ਼ੁਰੂ ਕਰ ਦਿੱਤਾ ਸੀਗਾ ਟੈਸਟ ਲੈਣਾ, ਤੇ ਉਹ ਉਦੋਂ ਜਿਹੜਾ ਹੈਗਾ ਕਲਾਇੰਟ ਨੇ ਆਪਣੇ ਆਪ ਕੀਤੀ, ਤੇ ਉਹਦੀ ਵਾਪਸ ਆ ਗਈ। ਉਦੋਂ ਨੂੰ ਨਵੇਂ ਰੂਲ ਅਪਲਾਈ ਕਰ ਗਿਆ, ਆਈਲੈਟਸ ਉਹ ਕਰ ਨਹੀਂ ਸਕਦਾ ਸੀ, ਫਿਰ ਉਹ ਸਿਟੀਜ਼ਨਸ਼ਿਪ ਐਪਲੀਕੇਸ਼ਨ ਮਤਲਬ ਅਪਲਾਈ ਕਰ ਹੀ ਨਹੀਂ ਸਕਿਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਧਿਆਨ ਵਿੱਚ ਰੱਖ ਕੇ, ਥੋੜ੍ਹਾ ਜਿਹਾ ਖਰਚਾ ਹੁੰਦਾ ਹੈ। ਹਰ ਕੰਸਲਟੈਂਟ ਨੇ, ਹਰ ਐਕਸਪਰਟ ਨੇ ਆਪਣੇ ਐਕਸਪਰਟੀਜ਼ ਦੇ ਮੁਤਾਬਕ, ਆਪਣੇ ਤਜਰਬੇ ਦੇ ਮੁਤਾਬਕ, ਆਪਣੇ ਕੰਮ ਦੀ ਸੀਰੀਅਸਨੈਸ, ਕਿੰਨੇ ਸੀਰੀਅਸਲੀ ਉਸ ਕੰਮ ਨੂੰ ਕਰਦਾ ਹੈਗਾ, ਤੇ ਉਹ ਆਪਣੀ ਫੀਸ ਲੈਣੀ ਹੁੰਦੀ ਹੈ। ਵਿਜ਼ਟਰ ਵੀਜ਼ਾ ਦੀ ਸਾਨੂੰ ਕਈ ਵਾਰੀ ਕੋਈ ਲੋਕ ਆ ਕਹਿੰਦੇ ਕੋਈ 2,000 'ਚ ਕਰਦਾ, ਕੋਈ 5,000 'ਚ ਕਰਦਾ, ਘੱਟ ਫੀਸ ਲੈਂਦਾ ਹੈਗਾ, ਤੇ ਉਹਨਾਂ ਨੂੰ ਜਦੋਂ ਤਜਰਬਾ ਨਹੀਂ, ਉਹਨਾਂ ਨੇ ਕੰਮ ਨਹੀਂ ਕਰਨਾ, ਉਹਨਾਂ ਨੇ ਗਲਤ ਤਰੀਕੇ ਨਾਲ ਫਾਈਲਾਂ ਜਲਦੀ ਲਾਣੀਆਂ ਨੇ, ਔਰ ਕਿਸੇ ਚੀਜ਼ ਦਾ ਧਿਆਨ ਨਹੀਂ। ਬਹੁਤ ਵਾਰੀ ਕੇਸਿਸ ਆਉਂਦੇ ਸਾਡੇ ਕੋਲ ਰਿਫਿਊਜ਼ਡ, ਕਿ ਉਹਨਾਂ ਤੋਂ ਲਵਾਈ ਸੀ, ਗਲਤ ਮਲਤ ਡਾਕੂਮੈਂਟ ਲਾ ਦਿੱਤੇ, ਤੇ ਫਿਰ ਰਿਫਿਊਜ਼ ਹੋ ਗਿਆ। ਬਾਅਦ ਦੇ ਵਿੱਚ ਹੋਰ ਵੀ ਔਖਾ ਹੋ ਜਾਂਦਾ ਰਿਫਿਊਜ਼ਡ ਕੇਸ ਦਾ ਵੀਜ਼ਾ ਲਵਾਉਣਾ। ਸੋ ਬੀ ਵੈਰੀ ਕੇਅਰਫੁਲ।
ਔਰ ਇਹ ਖਰਚੇ ਦੀ ਟੈਨਸ਼ਨ ਨਾ ਲੈ ਕੇ ਨੈਚੁਰਲੀ ਵਧੀਆ ਐਕਸਪਰਟ ਤੋਂ ਆਪਾਂ ਕੰਮ ਕਰਾ ਕੇ ਆਪਣਾ ਵੀਜ਼ੇ ਦਾ ਸੀਰੀਅਸ ਮੈਟਰ ਹੈਗਾ। ਔਰ ਜੇ ਰਿਫਿਊਜ਼ ਹੋ ਜਾਏ ਬਾਅਦ ਦੇ ਵਿੱਚ ਬੜੀ ਜ਼ਿਆਦਾ ਟੈਨਸ਼ਨ ਲੈਂਦੇ, ਅਪਸੈਟ ਹੁੰਦੇ, ਘਬਰਾ ਜਾਂਦੇ ਨੇ, ਫਿਰ ਨੀਂਦ ਨਹੀਂ ਆਉਂਦੀ ਔਰ ਬਹੁਤ ਜ਼ਿਆਦਾ ਫਿਰ ਦੈਨ ਦੇ ਰਿਅਲਾਈਜ਼ ਦਾ ਸੀਰੀਅਸਨੈਸ ਆਫ ਦਾ ਮੈਟਰ ਦਾ ਇਹ ਕਿ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਨੇ। ਪਤਾ ਲੱਗਦਾ ਕਿ ਇਹ ਤਾਂ ਵਾਕਈ ਸੀਰੀਅਸ ਮੈਟਰ ਸੀਗਾ, ਐਵੇਂ ਹੀ ਮਤਲਬ ਕਿ ਗਲਤੀ ਕਰ ਲਈ ਘੱਟ ਐਕਸਪਰਟ ਬੰਦੇ ਤੋਂ ਲਵਾ ਕੇ। ਸੋ ਬੀ ਵੈਰੀ ਕੇਅਰਫੁਲ ਕਿ ਆਪਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਹੀ ਨਾ ਕਰਨਾ ਪਏ। ਆਫ ਕੋਰਸ ਰਿਫਿਊਜ਼ਲ ਵੀਜ਼ਾ ਦੀ ਗਰੰਟੀ ਕਿਸੇ ਦੀ ਸਾਡੇ ਜਿਹੜੇ ਲੀਗਲ ਕੰਸਲਟੈਂਟ ਨੇ, ਲੀਗਲੀ ਆਥੋਰਾਈਜ਼ਡ ਰਿਕਗਨਾਈਜ਼ਡ, ਉਹ ਤਾਂ ਬਿਲਕੁਲ ਵੀ ਨਹੀਂ ਦੇ ਸਕਦੇ ਵੀਜ਼ਾ ਦੀ ਗਰੰਟੀ। ਸੋ ਵੀਜ਼ਾ ਦੀ ਗਰੰਟੀ ਤਾਂ ਨਹੀਂ ਹੁੰਦੀ। ਆਫ ਕੋਰਸ ਚਾਂਸਿਸ ਤਾਂ ਹੁੰਦੇ ਨੇ, ਜਦੋਂ ਆਪਾਂ ਫਾਈਲ ਹੀ ਗਲਤ ਲਾਈ ਤੇ ਰਿਫਿਊਜ਼ਲ ਦੇ ਚਾਂਸ ਜ਼ਿਆਦਾ ਹੋਣਗੇ। ਜੇ ਚੰਗੀ ਤਰ੍ਹਾਂ ਫਾਈਲ ਲਾਈ ਫਿਰ ਵੀ ਰਿਫਿਊਜ਼ ਤਾਂ ਹੋ ਹੀ ਸਕਦਾ। ਐਮਬੈਸੀ ਤੇ ਡਿਪੈਂਡ ਕਰਦਾ, ਕਿਉਂਕਿ ਸਟੂਡੈਂਟਸ ਦੀ ਗੱਲ ਕਰੀਏ ਮਾਰਕਸ ਤੇ ਡਿਪੈਂਡ ਕਰੇਗਾ, ਕੇਸ ਕਿੱਦਾਂ ਦਾ ਹੈਗਾ ਉਸ ਤੇ ਡਿਪੈਂਡ ਕਰੇਗਾ। ਔਰ ਇਹੋ ਜਿਹੇ ਵੀਕ ਕੇਸਿਸ ਹੈਗੇ ਨੇ ਜਾਂ ਘੱਟ ਲੋ ਪ੍ਰੋਫਾਈਲ ਇਸ ਤਰ੍ਹਾਂ ਦੀ ਜੇ ਰਿਫਿਊਜ਼ਲ ਹੁੰਦੀ ਵੀ ਹੈ, ਐਟਲੀਸਟ ਸਾਡੇ ਵੱਲੋਂ ਦੀ ਸਾਡੀ ਗੱਲ ਕਰੀਏ ਤੇ ਘੱਟੋ ਘੱਟ ਓਨੈਸਟੀ, ਟਰਾਂਸਪੇਰੈਂਸੀ ਜਿਹੜੀ ਸਾਡੇ ਹੱਥ ਦੇ ਵਿੱਚ ਹੈਗੀ ਆ, ਐਕਸਪਰਟਿਸ, ਉਹ ਤਾਂ ਅਸੀਂ ਇਸਤੇਮਾਲ ਕੀਤੀ। ਔਰ ਉਸ ਦੇ ਨਾਲ 10 ਵਿੱਚੋਂ ਇਹੋ ਜਿਹੇ ਵੀਕ ਪ੍ਰੋਫਾਈਲ ਦੇ 5, 6, 7 ਦੇ ਵੀਜ਼ੇ ਲੈ ਲਏ, 2, 3, 4 ਦੇ ਨਹੀਂ ਲੱਗੇ, ਕੋਈ ਗੱਲ ਨਹੀਂ, ਕਿਉਂਕਿ ਉਹਨਾਂ ਦਾ ਵੀਕ ਕੇਸ ਸੀਗਾ ਆਲਰੇਡੀ, ਸਾਨੂੰ ਪਤਾ ਸੀ ਲੱਗ ਵੀ ਸਕਦਾ, ਨਹੀਂ ਵੀ ਲੱਗ ਸਕਦਾ। ਸੋ ਵੈਲਕਮ। ਔਰ ਜਿਹੜਾ ਮੈਂ ਕੀਤਾ ਸੀ ਆਪਣੇ ਆਪ ਅਪਲਾਈ ਕਰਨ ਦਾ, ਖਾਸ ਤੌਰ ਤੇ ਸਟੱਡੀ ਵੀਜ਼ਾ ਦੇ ਵਿੱਚ ਕਾਲਜਿਸ ਦੇ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ। ਸਾਨੂੰ ਕਾਲਜਿਸ ਜਿਹੜੇ ਨੇ ਸਾਡੇ ਆਫਿਸਿਸ ਦੇ ਖਰਚੇ ਦਿੰਦੇ ਨੇ ਜੇ ਅਸੀਂ ਐਡਮਿਸ਼ਨ ਕਰਾਈਏ ਸਟੂਡੈਂਟ ਦੀ। ਸੋ ਐਡਮਿਸ਼ਨ ਵੀ ਆਪਣੇ ਆਪ ਨਹੀਂ ਕਰਨੀ, ਆਪਣੇ ਕੋਈ ਉੱਥੇ ਰਿਲੇਟਿਵ ਫਰੈਂਡ ਕੋਈ ਕੈਨੇਡਾ 'ਚ ਜਾਂ ਕਿਤੇ ਵੀ ਹੈਗੇ ਨੇ ਤੇ ਆਪਣੇ ਆਪ ਐਡਮਿਸ਼ਨ ਨਹੀਂ ਲੈਣੀ, ਤੇ ਅਸੀਂ ਐਡਮਿਸ਼ਨ ਵਾਸਤੇ ਭੇਜਦੇ ਹਾਂ। ਸਾਡੀ ਐਕਸਪਰਟਿਜ਼ ਵੀ ਹੈਗੀ ਆ, ਉਹਦਾ ਫਾਇਦਾ ਵੀ ਤੁਸੀਂ ਤੁਹਾਨੂੰ ਦਿੰਦੇ ਆ। ਔਰ ਉਸ ਤੋਂ ਬਾਅਦ ਕਾਲਜਿਸ ਸਾਨੂੰ ਆਫਿਸ ਦੇ ਖਰਚੇ ਦਿੰਦੇ, ਜਿਹਦੇ ਕਰਕੇ ਤੁਹਾਡੀ, ਜਿਸ ਤਰ੍ਹਾਂ ਮੈਂ ਦੱਸਿਆ ਕਿ ਸਿਰਫ 2000 ਫੀਸ ਸੀਗੀ, ਬਾਕੀ ਦਾ ਕਾਫੀ ਜ਼ਿਆਦਾ ਜਿਹੜੀ ਸਾਡੀ ਐਕਸਪਰਟਿਜ਼ ਦਾ ਕਾਫੀ ਜ਼ਿਆਦਾ ਖਰਚਾ ਜਿਹੜਾ ਹੈ ਅਫਸਰਾਂ ਦਾ ਉਹ ਜਿਹੜੇ ਕਾਲਜਿਸ ਯੂਨੀਵਰਸਿਟੀਜ਼ ਦਿੰਦੇ ਨੇ। ਅਗਰ ਤੁਸੀਂ ਆਪ ਐਡਮਿਸ਼ਨ ਲੈ ਲੈਣੇ ਹੈਗੇ ਹੋ ਔਰ ਆਪਣੇ ਆਪ ਕੇਸ ਲਾਉਂਦੇ ਹੋ ਤੇ ਬਾਅਦ ਦੇ ਵਿੱਚ ਕੋਈ ਅੜਚਨ ਆਉਂਦੀ ਤੇ ਅਸੀਂ ਜਿਹੜਾ ਹੈ ਸਾਨੂੰ ਖਰਚਾ ਕਾਲਜਿਸ ਨਹੀਂ ਦਿੰਦੇ, ਅਸੀਂ ਤੁਹਾਡੇ ਕੋਲੋਂ 20, 30, 40 ਹਜ਼ਾਰ ਇਸ ਤਰ੍ਹਾਂ ਫੀਸ ਜਿਹੜੀ ਹੈਗੀ ਹੈ ਤੁਹਾਡੇ ਕੋਲੋਂ ਸਟੂਡੈਂਟਸ ਕੋਲੋਂ ਲੈਂਦੇ ਆ। ਸੋ ਕੋਈ ਵੀ ਕੇਸ ਆਪਣੇ ਆਪ ਅਪਲਾਈ ਨਾ ਕਰੋ। ਵੈਲਕਮ, ਸਾਡੀ ਐਕਸਪਰਟਿਜ਼ ਦਾ ਜੈਨੂਅਨ ਓਨੈਸਟ ਸਰਵਿਸਿਜ਼ ਦਾ ਫਾਇਦਾ ਲਓ। ਔਰ ਜਿਹੜੀ ਰਿਫਿਊਜ਼ਲ ਦੇ ਵਿੱਚ ਜਦੋਂ ਅਸੀਂ ਪਹਿਲਾਂ ਹੀ ਕਹਿੰਦੇ ਆ ਕਿ ਤੁਸੀਂ ਇੱਥੇ ਇਸ ਦਾ ਇਹ ਵੀਜ਼ਾ ਚਾਂਸਿਸ ਇਸ ਤੇ ਜ਼ਿਆਦਾ ਹੈਗੇ ਨੇ, ਇਹ ਵਾਲਾ ਕੋਰਸ ਜ਼ਿਆਦਾ ਵਧੀਆ ਹੈਗਾ ਔਰ ਇਹ ਬੈਟਰ ਹੈਗਾ, ਤੁਸੀਂ ਇਹ ਵਾਲਾ ਕੋਰਸ ਲੈ ਲਓ। ਔਰ ਜਿਸ ਤਰ੍ਹਾਂ ਕਿ ਬਿਜ਼ਨਸ ਤੇ ਅਕਾਊਂਟਿੰਗ ਹੈਗਾ ਤੇ ਬਿਜ਼ਨਸ ਦੇ ਵਿੱਚ ਨੰਬਰ ਚੰਗੇ ਨੇ, ਅਕਾਊਂਟਿੰਗ 'ਚ ਘੱਟ ਨੇ ਤੇ ਬਿਜ਼ਨਸ ਦਾ ਕੋਰਸ ਦੇਵਾਂਗੇ। ਜੇ ਅਕਾਊਂਟਿੰਗ 'ਚ ਨੰਬਰ ਚੰਗੇ ਨੇ, ਬਿਜ਼ਨਸ 'ਚ ਘੱਟ ਨੇ ਤੇ ਅਸੀਂ ਅਕਾਊਂਟਿੰਗ ਦਾ ਕੋਰਸ ਦੇਵਾਂਗੇ। ਤਾਂ ਐਕਸਪਰਟਸ ਦਾ ਇਹ ਐਕਸਪਰਟਿਜ਼ ਦਾ ਤਾਂ ਫਾਇਦਾ ਹੁੰਦਾ ਹੀ ਹੈ, ਲੇਕਿਨ ਨਾਲ ਉਹਨਾਂ ਦੀ ਗੱਲ ਨੂੰ ਮੰਨਣਾ ਵੀ ਹੈਗਾ। ਕਈ ਵਾਰੀ ਕਿਸੇ ਪਾਰਟਿਕੂਲਰ ਜਗ੍ਹਾ ਤੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਕੋਰਸ ਅਵੇਲੇਬਲ ਨਹੀਂ ਹੈਗਾ ਤੇ ਜਿਹਦੇ ਕਰਕੇ ਗਲਤ ਕੋਰਸ ਨਹੀਂ ਲੈਣਾ, ਜਿਹਦੇ ਕਰਕੇ ਕੱਲ ਨੂੰ ਰਿਫਿਊਜ਼ਲ ਹੋਵੇ ਔਰ ਸਾਨੂੰ ਵੀ ਤਕਲੀਫ ਔਰ ਤੁਹਾਨੂੰ ਵੀ ਤਕਲੀਫ ਹੁੰਦੀ ਹੈਗੀ ਹੈ। ਵੈਲਕਮ। ਔਰ ਆਪਣੀ ਤੁਹਾਡੇ ਜਿਹੜੇ ਵੀ ਰਿਫਿਊਜ਼ਡ ਕੇਸਿਸ ਨੇ, ਖਾਸ ਤੌਰ ਤੇ ਅਸੀਂ ਸਪੈਸ਼ਲਿਸਟ ਹੈਗੇ ਹਾਂ, ਜੈਨੂਅਲੀ ਬਹੁਤ ਜ਼ਿਆਦਾ ਅਸੀਂ ਵੀਜ਼ਾ ਲੈਂਦੇ ਹਾਂ ਇਹੋ ਜਿਹੇ ਰਿਫਿਊਜ਼ਡ ਕੇਸਿਸ ਦਾ। ਔਰ ਤੁਸੀਂ ਸਮਝ ਸਕਦੇ ਹੈਗੇ ਹੋ CICC ਪਹਿਲਾਂ ਜਿਹੜਾ 2007 ਤੋਂ ਮੈਂ CSIC ਹੁੰਦੀ ਸੀ ਉਦੋਂ, ਫਿਰ ICCRC, ਹੁਣ CICC ਦੇ ਜਿਹੜਾ ਮੈਂਬਰ ਹੈਗਾ। ਔਰ ਇਹ ਸਾਰੀ ਡਿਟੇਲਸ ਵੈਬਸਾਈਟ ਸਾਡੀ pioneerimmigration.com ਤੇ ਦੇਖੋ ਔਰ ਸਾਡਾ ਫੇਸਬੁੱਕ ਪੇਜ, ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ ਔਰ ਸ਼ੇਅਰ ਜ਼ਰੂਰ ਕਰੋ ਪੋਸਟਾਂ, ਕਿਉਂਕਿ ਤੁਹਾਡੇ ਫਰੈਂਡਸ ਰਿਲੇਟਿਵਸ ਕੋਲ ਜਾਣ ਗਿਆ, ਉਹਨਾਂ ਨੂੰ ਇਹ ਫ੍ਰੀ ਦੀ ਜਿਹੜੀ ਇੰਨੀ ਵਧੀਆ ਇਨਫੋਰਮੇਸ਼ਨ ਅਸੀਂ ਦਿੰਦੇ ਹਾਂ। ਲਾਈਵ ਸੈਸ਼ਨ ਹਰ ਸੈਟਰਡੇ ਸਵੇਰੇ ਤਕਰੀਬਨ 11 ਵਜੇ ਮੇਰੇ ਵੱਲੋਂ ਇਹ ਸਾਰੀ ਅਪਡੇਟਸ ਇਨਫੋਰਮੇਸ਼ਨ ਔਰ ਬਹੁਤ ਸਾਰੇ TV ਇੰਟਰਵਿਊਜ਼ ਤੇ ਮੇਰੀ ਗੱਲਬਾਤ ਹੁੰਦੀ ਹੈਗੀ ਹੈ। ਕਿਹੜੇ ਚੈਨਲ ਤੇ ਕਦੋਂ TV ਇੰਟਰਵਿਊ ਆਉਂਦੀ ਆ ਉਹ 70613 ਤੇ ਕਾਲ ਕਰਕੇ ਤੁਸੀਂ ਇਹ ਸ਼ੈਡਿਊਲ ਜਿਹੜਾ ਹੈਗਾ ਉਹਦਾ TV ਇੰਟਰਵਿਊਜ਼ ਦਾ ਲੈ ਸਕਦੇ ਹੈਗੇ ਹੋ। ਔਰ YouTube ਚੈਨਲ ਜਿਹੜਾ ਹੈ ਸਬਸਕ੍ਰਾਈਬ ਕਰੋ ਔਰ ਮੇਰੇ ਅਲੱਗ-ਅਲੱਗ ਜਿਹੜੇ ਲਾਈਵ ਸੈਸ਼ਨਸ TV ਇੰਟਰਵਿਊਜ਼ ਜ਼ਰੂਰ ਦੇਖੋ, ਤਾਂ ਕਿ ਇੱਕ ਲਾਈਵ ਸੈਸ਼ਨ ਦੇ ਵਿੱਚ ਜਾਂ ਇੱਕ ਇੰਟਰਵਿਊ ਦੇ ਵਿੱਚ ਉਹ ਸਾਰੀਆਂ ਗੱਲਾਂ ਨਹੀਂ ਹੋ ਪਾਉਂਦੀਆਂ ਤੇ ਅਸੀਂ ਦੂਜੇ ਜਿਹੜੇ ਅਲੱਗ-ਅਲੱਗ ਸੈਸ਼ਨਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਟੌਪਿਕਸ ਦੇ ਉੱਪਰ ਗੱਲਬਾਤ ਹੋਏਗੀ। ਸਪਾਊਸ ਵੀਜ਼ਾ ਵਾਲਿਆਂ ਦੀ ਕਾਫੀ ਸਾਰੇ ਜਿਹੜੇ ਰਿਕੁਆਇਰਮੈਂਟਸ ਜਿਹੜੀਆਂ ਲੈਟਰਸ ਆ ਰਹੀਆਂ ਨੇ ਕਿ ਕੁਛ ਹੋਰ ਡਾਕੂਮੈਂਟ ਚਾਹੀਦੇ ਨੇ, ਇਸ ਤਰ੍ਹਾਂ ਦੀ ਚਿੱਠੀਆਂ ਆ ਰਹੀਆਂ ਨੇ। ਜਾਂ ਫਿਰ ਇਹ ਵੀ ਧਿਆਨ ਰੱਖਣਾ ਹੈਗਾ ਕਿ ਜਿਸ ਤਰ੍ਹਾਂ ਇੱਕ ਰੀਸੈਂਟ ਸਾਡਾ ਕਲਾਇੰਟ ਸੀਗੇ,
ਉਹਨਾਂ ਦਾ ਸਟੱਡੀ ਵੀਜ਼ਾ ਤੇ ਸੀਗਾ, ਸਟੱਡੀ ਕਰਦੇ ਪਏ ਸੀ ਉੱਥੇ ਸਪਾਊਸ। ਅਸੀਂ ਉਸ ਦਾ ਜਿਹੜਾ ਸਪਾਊਸ ਦਾ ਕੇਸ ਲਾਇਆ ਸਪਾਊਸ ਵੀਜ਼ਾ ਦੇ ਵਾਸਤੇ, ਔਰ ਬਾਅਦ ਦੇ ਵਿੱਚ ਲੌਂਗ ਪ੍ਰੋਸੈਸਿੰਗ ਟਾਈਮ ਹੋ ਗਿਆ, ਲੰਬਾ ਹੋਇਆ ਤੇ ਸਟੱਡੀ ਖਤਮ ਹੋ ਗਈ ਤੇ ਉਹਨਾਂ ਨੇ ਵਰਕ ਸ਼ੁਰੂ ਕਰ ਦਿੱਤਾ ਤੇ ਉਹ A-B ਕੈਟਾਗਰੀ ਦਾ ਵਰਕ ਚਾਹੀਦਾ ਸੀ, ਉਹ ਵੀ ਐਮਬੈਸੀ ਨੂੰ ਅਪਡੇਟ ਕਰ ਦਿੱਤਾ ਸਾਨੂੰ ਦੱਸੇ ਬਗੈਰ। ਉਹ ਜਿਹੜਾ ਸੀ ਸਪਾਊਸ ਇੰਡੀਆ ਆ ਗਏ ਔਰ ਜੌਬ ਨੂੰ ਕੁਇਟ ਕਰਿਆ ਏ, ਛੱਡਿਆ ਏ ਤੇ ਐਮਬੈਸੀ ਨੇ ਹੋਰ ਡਾਕੂਮੈਂਟ ਮੰਗ ਲਏ ਕਿ ਹੁਣ ਸਾਨੂੰ ਦੱਸੋ ਕਿ ਦਿਖਾਓ ਕਿ ਵੀ ਤੁਸੀਂ ਵਾਕਈ ਕੰਮ ਕਰਦੇ ਪਏ ਹੋ ਔਰ ਪੇ ਸਟੱਬਸ ਦੁਆਰਾ ਸਾਰੇ ਡਾਕੂਮੈਂਟ ਕਿ ਹੁਣ ਵੀ ਜੌਬ ਚੱਲਦੀ ਪਈ ਹੈ। ਸੋ ਉਦੋਂ ਭਾਜੜ ਪੈਣ ਵਾਲੀ ਗੱਲ ਤੇ ਟੈਨਸ਼ਨ ਵਾਲੀ ਗੱਲ ਹੋ ਜਾਂਦੀ ਹੈਗੀ ਹੈ ਤੇ ਫਿਰ ਕੁਝ ਡਾਕੂਮੈਂਟ ਇਕੱਠੇ ਕਰਕੇ ਦਿੱਤੇ, ਲੇਕਿਨ ਰਿਸਕ ਵਾਲਾ ਗੱਲ ਹੋ ਜਾਂਦੀ ਹੈਗੀ ਹੈ। ਇਹ ਇਸ ਤਰ੍ਹਾਂ ਦੀ ਜਿਹੜੀ ਪੂਰਾ ਧਿਆਨ ਰੱਖਣਾ ਚਾਹੀਦਾ ਹੈਗਾ। ਐਮਬੈਸੀ ਕਦੇ ਵੀ ਕੋਈ ਵੀ ਡਾਕੂਮੈਂਟ ਮੰਗ ਸਕਦੀ ਹੈਗੀ ਆ। ਅਗਰ ਸਾਡੇ ਕਲਾਇੰਟਸ ਖਾਸ ਤੌਰ ਤੇ ਕੁਝ ਇਸ ਤਰ੍ਹਾਂ ਦੇ ਚੇਂਜਸ ਕਰਨੇ ਹੋਣ ਸਾਨੂੰ ਪੁੱਛ ਕੇ ਕਰੋ। ਵੈਲਕਮ। ਔਰ ਸਤੰਬਰ ਇਨਟੇਕ ਵਾਸਤੇ ਸਟੱਡੀ ਵੀਜ਼ਾ ਵਾਸਤੇ ਵੈਲਕਮ। ਸਟੱਡੀ ਵੀਜ਼ਾ, ਸਪਾਊਸ ਵੀਜ਼ਾ ਔਰ ਵਿਜ਼ਿਟਰ ਵੀਜ਼ਾ ਪੇਰੈਂਟਸ ਖਾਸ ਤੌਰ ਤੇ ਜ਼ਰੂਰ ਲਗਵਾ ਲੈਣ, ਕਿਉਂਕਿ ਬੱਚਿਆਂ ਨੂੰ ਕਦੇ ਕੋਈ ਤਕਲੀਫ ਹੋ ਜਾਂਦੀ ਹੈ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਜਾਣਾ ਪੈ ਸਕਦਾ ਕਈ ਵਾਰੀ ਅਚਾਨਕ, ਤੇ ਵੀਜ਼ਾ ਲੱਗਿਆ ਹੋਵੇ ਤੇ ਆਪਣੀ ਟਿਕਟ ਲੈ ਕੇ ਜਦੋਂ ਮਰਜ਼ੀ ਅਗਲੇ ਦਿਨ ਭਾਵੇਂ ਚਲੇ ਜਾਓ, ਅਦਰਵਾਈਜ਼ ਫਿਰ ਵੀਜ਼ਾ ਨੂੰ 2 ਮਹੀਨੇ 4 ਮਹੀਨੇ ਇਸ ਤਰ੍ਹਾਂ ਲੱਗ ਜਾਂਦੇ ਹੈ। ਤੇ ਆਪਣੇ ਕੇਸ ਨੂੰ ਡਿਸਕਸ ਕਰਨ ਵਾਸਤੇ ਖਾਸ ਤੌਰ ਤੇ ਮੈਂ ਟਿਊਜ਼ਡੇ ਨੂੰ ਚੰਡੀਗੜ੍ਹ ਆਫਿਸ ਦੇ ਵਿੱਚ ਮਿਲਾਂਗਾ ਔਰ ਉਸ ਤੋਂ ਬਾਅਦ 15-20 ਦਿਨ ਫਿਰ ਨਹੀਂ ਮਿਲਾਂਗਾ, ਕਿਉਂਕਿ ਥੋੜਾ ਕਰੋਨਾ ਦਾ ਵੀ ਟਾਈਮ ਚੱਲਦਾ ਪਿਆ ਹੈਗਾ, ਅਵੋਇਡ ਕਰਦੇ ਪਏ ਮੀਟਿੰਗਸ। ਫੋਨ ਤੇ ਗੱਲ ਕਰਨਾ ਜ਼ਿਆਦਾ ਬੈਟਰ ਹੈਗਾ। ਲੇਕਿਨ ਸਾਡੇ ਸਾਰੇ ਜਿੰਨੇ ਵੀ ਆਫਿਸ ਦੇ ਵਿੱਚ ਕਾਉਂਸਲਰਸ, ਮੈਨੇਜਰਸ ਬੜਾ ਕੇਅਰਫੁਲ ਹੈਗੇ ਨੇ, ਐਕਸਪਰਟ ਸਿਆਣੇ ਵੀ ਨੇ। ਮੇਰੀ ਡਾਇਰੈਕਟ ਗਾਈਡੈਂਸ ਔਰ ਮੇਰੀ ਡਾਇਰੈਕਟ ਜਿਹੜੀ ਕੇਅਰ ਹੁੰਦੀ ਹੈ, ਗਾਈਡੈਂਸ ਹੁੰਦੀ ਹੈ, ਟ੍ਰੇਨਿੰਗ ਹੁੰਦੀ ਹੈ ਇਹਨਾਂ ਨੂੰ, ਕਿਹੜਾ ਕੋਰਸ ਦੇਣਾ ਹੈ ਕਿਹੜਾ ਨਹੀਂ ਦੇਣਾ, ਜਿਹੜੇ ਨਹੀਂ ਅਫੋਰਡ ਕਰਦੇ ਉਹ ਸਾਡੇ ਆਫਿਸ ਵੀ ਦੱਸਣ ਤੇ ਅਸੀਂ ਘੱਟ ਫੀਸ ਵਾਲੇ ਕਾਲਜ ਕੋਰਸ ਇਹੋ ਜਿਹੇ ਦੱਸਾਂਗੇ ਜਿੱਥੇ ਫੀਸ ਘੱਟ ਹੈ। ਕੰਪਰੋਮਾਈਜ਼ ਕੋਈ ਨਹੀਂ, ਕਾਲਜ ਇਹੋ ਜਿਹਾ ਕੋਈ ਨਹੀਂ ਦੇਣਾ ਜਿੱਥੇ ਵਰਕ ਪਰਮਿਟ ਨਹੀਂ ਹੈਗਾ, ਕੈਨੇਡਾ ਗਵਰਨਮੈਂਟ ਕੈਨੇਡਾ ਐਮਬੈਸੀ ਵੱਲੋਂ ਆਥੋਰਾਈਜ਼ਡ ਨਹੀਂ ਹੈਗਾ। ਸਾਡਾ ਪੂਰਾ ਧਿਆਨ ਰੱਖ ਕੇ ਔਰ ਤੁਹਾਡੀਆਂ ਹਰ ਤਰ੍ਹਾਂ ਦੀਆਂ ਜਿਹੜੀ ਤੁਹਾਡੀ ਜਿਹੜੀ ਕੇਅਰ ਦਾ ਮਤਲਬ ਤੁਹਾਡੀ ਸੇਫਟੀ ਔਰ ਤੁਹਾਡੇ ਇੰਟਰਸਟ, ਤੁਹਾਡੇ ਫਾਇਦੇ ਨੂੰ ਧਿਆਨ 'ਚ ਰੱਖ ਕੇ ਅਸੀਂ ਇਹ ਕੰਮ ਕਰਦੇ ਹਾਂ ਔਰ ਤੁਹਾਨੂੰ ਉਸੇ ਤਰੀਕੇ ਨਾਲ ਐਡਵਾਈਸ ਕਰਦੇ ਹਾਂ। ਸਾਡੀ ਜਿਹੜੀ ਹੈ, ਸਾਡੇ ਖਰਚੇ ਤਾਂ ਚੱਲਣੇ ਹੀ ਚੱਲਣੇ ਨੇ, ਸਾਡੇ ਖਰਚੇ ਵੀ ਬਹੁਤ ਨੇ, ਇਨਕਮ ਵੀ ਹੈਗੀ ਹੈ ਸਾਡੀ, ਕੋਈ ਐਸੀ ਗੱਲ ਨਹੀਂ। ਰੱਬ ਰੱਖਾ ਹੈਗਾ ਦਾ ਮਤਲਬ ਇਹ ਕਿ ਰੱਬ ਦੀ ਪੂਰੀ ਕਿਰਪਾ ਹੈਗੀ ਹੈ, ਇਮਾਨਦਾਰੀ ਦਾ ਲੜ ਫੜਿਆ ਹੋਇਆ ਹੈਗਾ, ਤੁਹਾਡੀ ਸੇਵਾ ਦਾ ਲੜ ਫੜਿਆ ਹੈ ਤੇ ਰੱਬ ਦੀ ਪੂਰੀ ਕਿਰਪਾ, ਕੋਈ ਦਿੱਕਤ ਨਹੀਂ। ਬੜੀ ਹਾਈ ਰੈਪੂਟੇਸ਼ਨ ਔਰ ਚੰਗਾ ਉੱਚਾ ਨਾਮ ਜਿਸ ਦੀ ਹਮੇਸ਼ਾ ਖੁਆਇਸ਼ ਰਹੀ ਸਾਨੂੰ। ਪੈਸੇ ਦਾ ਲਾਲਚ ਨਹੀਂ ਕੀਤਾ, ਲੇਕਿਨ ਵਾਹਿਗੁਰੂ ਨੇ ਕਿਰਪਾ ਵੀ ਕੀਤੀ, ਤੁਸੀਂ ਬੜਾ ਮਾਣ ਦਿੱਤਾ। ਅੱਜ ਇੰਡੀਆ ਦੀ ਟਾਪ ਫਿਊ ਕੰਪਨੀਜ਼ ਦੇ ਵਿੱਚ ਫਿਊ ਜਿਹੜੀ ਪੋਜੀਸ਼ਨ ਤੇ ਟਾਪ ਪੋਜੀਸ਼ਨ ਤੇ ਨਾਮ ਹੈਗਾ ਤੇ ਤੁਹਾਡੀ ਸੇਵਾ ਦਾ ਮੌਕਾ ਬਹੁਤ ਵਧੀਆ ਮਿਲਦਾ ਪਿਆ ਹੈਗਾ। ਬਹੁਤ ਬਹੁਤ ਧੰਨਵਾਦ। ਔਰ ਸਾਡੇ ਆਫਿਸ ਦੇ ਵਿੱਚ ਜਾ ਕੇ ਆਪਣਾ ਪ੍ਰੋਫਾਈਲ ਕੋਈ ਰਿਫਿਊਜ਼ ਹੋ ਗਿਆ ਤਾਂ ਰਿਫਿਊਜ਼ਡ ਕੇਸ ਔਰ ਪੂਰਾ ਭਰੋਸਾ ਕਰ ਸਕਦੇ ਹੋ। ਮੇਰਾ ਪੂਰਾ ਨਿਗਾਹ ਹੁੰਦੀ ਆ ਹਰ ਇੱਕ ਆਫਿਸ ਦੇ ਉੱਪਰ, ਹਰ ਇੱਕ ਮੇਰੇ ਸਟਾਫ ਮੈਂਬਰ ਦੇ ਉੱਪਰ, ਹਰ ਇੱਕ ਕੇਸ ਦੇ ਉੱਪਰ, ਹਰ ਇੱਕ ਕਲਾਇੰਟ ਦੇ ਉੱਪਰ ਕੈਮਰੇ ਲੱਗੇ ਹੋਏ ਨੇ ਔਰ ਸਾਰੀ ਇਲੈਕਟ੍ਰੋਨਿਕਸ ਦੇ ਜੋ ਟੈਕਨੋਲੋਜੀ ਇਹੋ ਜਿਹੀ ਵਧੀਆ ਹੈਗੀ ਕਿ ਹਰ ਚੀਜ਼ ਸਾਡੇ ਕੋਲ ਆਉਂਦੀ ਹੈਗੀ ਹੈ, ਸਾਰੀ ਫਾਈਲਾਂ ਸਾਡੇ ਕੋਲ ਆਉਂਦੀਆਂ ਹੈਗੀਆਂ ਨੇ। ਆਈ ਟੇਕ ਸਪੈਸ਼ਲ ਕੇਅਰ। ਵੈਲਕਮ, ਬਹੁਤ ਬਹੁਤ ਧੰਨਵਾਦ। ਅਗਲੇ ਸ਼ਨੀਵਾਰ ਸਵੇਰੇ 11 ਵਜੇ ਫਿਰ ਦੁਬਾਰਾ ਗੱਲਬਾਤ ਕਰਾਂਗੇ, ਨਵੀਆਂ ਗੱਲਾਂ, ਅਪਡੇਟਸ, ਨਵੀਂ ਡਿਸਕਸ਼ਨਸ ਦੇ ਨਾਲ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।